ਮੁਲਾਜ਼ਮ ਸਾਥੀਆਂ ਦਾ ਸਾਡੇ ਪੰਜਾਬ ਕੇਅਰ ਦੇ ਚੈਨਲ ਤੇ ਸਵਾਗਤ ਹੈ। ਅੱਜ ਅਸੀਂ ਜਿਸ ਵਿਸ਼ੇ ਉੱਪਰ ਗੱਲ ਕਰਨ ਜਾ ਰਹੇ ਹਾਂ ਉਹ ਹੈ ਚੋਣ ਡਿਊਟੀ ਦੌਰਾਨ ਮੁਲਾਜ਼ਮ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਿਸ ਤਰ੍ਹਾਂ ਕਰ ਸਕਦੇ ਨੇ। ਇਸ ਸੰਬੰਧ ਦੇ ਵਿੱਚ ਪਹਿਲਾਂ ਵੀ ਮੁਲਾਜ਼ਮਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਚੋਣ ਕਮਿਸ਼ਨ ਵੱਲੋਂ ਦਿੱਤਾ ਗਿਆ ਹੈ। ਇਸ ਦੇ ਲਈ ਕੀ ਪ੍ਰਕਿਰਿਆ ਹੁੰਦੀ ਹੈ, ਕਿਸ ਤਰ੍ਹਾਂ ਚੋਣ ਡਿਊਟੀ ਦੇ ਦੌਰਾਨ ਹੁੰਦੇ ਹੋਏ ਵੀ ਸਾਰੇ ਮੁਲਾਜ਼ਮ ਹੈ ਉਹ ਆਪਣੀ ਵੋਟ ਦੀ ਵਰਤੋਂ ਕਰ ਸਕਦੇ ਹੈ। ਆਮ ਤੌਰ 'ਤੇ ਧਾਰਨਾ ਬਣੀ ਹੋਈ ਹੈ ਕਿ ਜਿਨ੍ਹਾਂ ਦੀਆਂ ਚੋਣ ਡਿਊਟੀਆਂ ਲੱਗ ਜਾਂਦੀਆਂ ਨੇ ਉਹਨਾਂ ਨੂੰ ਵੋਟ ਪਾਉਣ ਦਾ ਜੋ ਹੱਕ ਹੈ ਉਹ ਉਹਨਾਂ ਦਾ ਉਸ ਤੋਂ ਵਾਂਝੇ ਹੋ ਜਾਂਦੇ ਹੈ। ਇਸ ਤਰ੍ਹਾਂ ਨਹੀਂ ਹੈ, ਚੋਣ ਕਮਿਸ਼ਨ ਮੁਲਾਜ਼ਮਾਂ ਦੀਆਂ ਵੋਟਾਂ ਦਾ ਵੀ ਉਨਾ ਹੀ ਸਤਿਕਾਰ ਕਰਦਾ ਹੈ ਜਿੰਨਾ ਆਮ ਲੋਕਾਂ ਦਾ, ਪਰ ਕਈ ਮੁਲਾਜ਼ਮ ਸਾਥੀ ਹੀ ਇਸ ਗੱਲ ਨੂੰ ਅਣਗੌਲਿਆਂ ਕਰ ਦਿੰਦੇ ਨੇ। ਇਹਦੀ ਕੀ ਮਹੱਤਤਾ ਹੈ, ਕਿਸ ਤਰ੍ਹਾਂ ਇਹ ਸਾਰੀ ਪ੍ਰਕਿਰਿਆ ਹੈ, ਅੱਜ ਅਸੀਂ ਇਸ ਵੀਡੀਓ ਵਿੱਚ ਇਸ ਦੀ ਗੱਲ ਕਰਾਂਗੇ। ਆਓ ਅਸੀਂ ਹੁਣ ਜਾਣਦੇ ਹਾਂ ਕਿ ਮੁਲਾਜ਼ਮਾਂ ਦੀਆਂ ਵੋਟਾਂ ਕਿਸ ਤਰ੍ਹਾਂ ਬਣਦੀਆਂ ਨੇ ਅਤੇ ਕਿਸ ਤਰ੍ਹਾਂ ਉਹ ਇਸ ਦਾ ਇਸਤੇਮਾਲ ਕਰ ਸਕਦੇ ਨੇ। ਜਦੋਂ ਮੁਲਾਜ਼ਮ ਸਾਥੀਆਂ ਦੀਆਂ ਚੋਣ ਡਿਊਟੀਆਂ ਆਉਣਗੀਆਂ ਤਾਂ ਉਹਨਾਂ ਚੋਣ ਡਿਊਟੀਆਂ ਦੇ ਨਾਲ ਇੱਕ ਫਾਰਮ 12 ਜਾਂ 12A ਭਰਿਆ ਭਰਾਇਆ ਨਾਲ ਪ੍ਰਿੰਟ ਆਊਟ ਨਿਕਲੇਗਾ ਜੋ ਅਸੀਂ ਆਪਣੀ ਪਹਿਲੀ ਰਿਹਰਸਲ ਦੇ ਦੌਰਾਨ ਲੈ ਕੇ ਜਾਣਾ ਹੈ। ਫਾਰਮ ਨੰਬਰ 12 ਉਹਨਾਂ ਅਧਿਕਾਰੀਆਂ ਲਈ ਹੋਵੇਗਾ ਜਿਨ੍ਹਾਂ ਦੀ ਡਿਊਟੀ ਆਪਣੀ ਵਿਧਾਨ ਸਭਾ ਹਲਕੇ ਤੋਂ ਕਿਸੇ ਹੋਰ ਹਲਕੇ ਦੇ ਵਿੱਚ ਲੱਗੀ ਹੋਵੇਗੀ। ਪੋਸਟਲ ਬੈਲਟ ਪੇਪਰ ਦੇ ਲਈ ਫਾਰਮ ਨੰਬਰ 12 ਹੋਵੇਗਾ। ਇਹ ਭਰਿਆ ਭਰਾਇਆ ਹੋਵੇਗਾ, ਇਸ ਦੇ ਵਿੱਚ ਤੁਹਾਨੂੰ ਕੁਝ ਨਹੀਂ ਕਰਨਾ, ਜਸਟ ਸਾਈਨ ਕਰਕੇ ਤੁਸੀਂ ਆਪਣੀ ਜਿਸ ਦਿਨ ਤੁਹਾਡੀ ਚੋਣ ਰਿਹਰਸਲ ਹੈ ਉਸ ਦਿਨ ਉੱਥੇ ਜਮ੍ਹਾਂ ਕਰਵਾ ਦੇਣਾ ਹੈ। ਆਓ ਦੇਖ ਲੈਂਦੇ ਹਾਂ ਕਿ ਇਸ ਦੇ ਵਿੱਚ ਕੀ ਹੁੰਦਾ ਹੈ। ਫਾਰਮ ਨੰਬਰ 12 ਦੇ ਵਿੱਚ ਐਪਲੀਕੇਸ਼ਨ ਹੁੰਦੀ ਹੈ ਤੁਹਾਡੀ RO ਨੂੰ, ਜਿਹੜਾ ਤੁਹਾਡਾ ਆਪਣਾ ਵਿਧਾਨ ਸਭਾ ਹਲਕਾ ਹੈ ਉਸ ਦਾ ਨਾਮ ਤੁਸੀਂ ਇੱਥੇ ਲਿਖ ਦੇਣਾ ਹੈ, ਨਾਲ ਉਸ ਦਾ ਕੋਡ ਵੀ ਲਿਖ ਸਕਦੇ ਹੋ 095 098 ਜਿੰਨਾ ਵੀ ਹੈ। ਔਰ ਇਸ ਤੋਂ ਬਾਅਦ ਤੁਸੀਂ ਇਹ ਐਪਲੀਕੇਸ਼ਨ ਦੇ ਵਿੱਚ ਕੀ ਕਹਿ ਰਹੇ ਹੋ ਕਿ ਮੈਂ ਆਪਣੀ ਜੋ ਵੋਟ ਹੈ ਉਸ ਨੂੰ ਕਾਸਟ ਕਰਨ ਦੇ ਲਈ ਅਟੈਂਡ ਹਾਂ। ਮੈਂ ਭਾਵ ਬੇਨਤੀ ਪੱਤਰ ਲਿਖ ਰਿਹਾ ਹਾਂ ਕਿ ਮੈਂ ਇਸ ਅਸੈਂਬਲੀ ਹਲਕੇ ਦੇ ਵਿੱਚ ਮੇਰੀ ਹਲਕਾ ਪੈਂਦਾ ਹੈ, ਵਿਧਾਨ ਸਭਾ ਹਲਕਾ ਤੁਸੀਂ ਇੱਥੇ ਲਿਖ ਦੇਣਾ ਹੈ, ਉਹ ਇੱਥੇ ਫਿਲ ਕਰ ਦੇਣਾ ਹੈ। ਔਰ ਨੀਚੇ ਤੁਸੀਂ ਆਪਣੀ ਵੋਟ ਦੀ ਡਿਟੇਲ ਦੇਣੀ ਹੈ। ਇਹ ਭਰੀ ਭਰਾਈ ਹੋਵੇਗੀ, ਤੁਸੀਂ ਇੱਥੇ ਕੁਝ ਨਹੀਂ ਕਰਨਾ। ਅਗਰ ਨਹੀਂ ਹੈ, ਇਹ ਜਸਟ ਤੁਹਾਡੀ ਜਾਣਕਾਰੀ ਦੇ ਹਿੱਤ ਹੈ। ਉਹ ਇੱਥੇ ਤੁਹਾਡਾ ਵੋਟ ਦਾ ਸੀਰੀਅਲ ਨੰਬਰ ਜੋ ਵੋਟਰ ਸੂਚੀ ਦੇ ਵਿੱਚ ਹੈ ਉਹ ਵਾਲਾ ਇੱਥੇ ਫਿਲ ਕਰਨਾ ਹੈ। ਇੱਥੇ ਪਾਰਟ ਨੰਬਰ ਭਾਵ ਤੁਹਾਡਾ ਬੂਥ ਨੰਬਰ ਕਿੰਨਾ ਹੈ ਇਹ ਵੀ ਆਪਣੀ ਵੋਟਰ ਸੂਚੀ ਦੇ ਵਿੱਚ ਦੇ ਆਧਾਰ 'ਤੇ ਭਰਿਆ ਭਰਾਇਆ ਆਪਣੇ ਆਪ ਆਵੇਗਾ। ਇਹ ਤੁਹਾਡੀ ਜਸਟ ਜਾਣਕਾਰੀ ਦੇ ਲਈ ਹੈ। ਇੱਥੇ ਤੁਸੀਂ ਉਹ ਅਸੈਂਬਲੀ ਦਾ ਨਾਮ ਲਿਖ ਦੇਣਾ ਹੈ ਔਰ ਇਸ ਤੋਂ ਬਾਅਦ ਨੀਚੇ ਇੱਥੇ ਆਪਣਾ ਐਡਰੈਸ ਲਿਖ ਦੇਣਾ ਹੈ। ਐਡਰੈਸ ਲਿਖਣ ਤੋਂ ਬਾਅਦ ਇੱਥੇ ਤੁਸੀਂ ਆਪਣੇ ਦਸਤਖਤ ਕਰ ਦੇਣੇ ਨੇ ਅਤੇ ਇੱਥੇ ਡੇਟ ਅਤੇ ਪਲੇਸ ਲਿਖ ਕੇ ਇਹ ਵਾਲਾ ਫਾਰਮ ਤੁਸੀਂ ਹੈ ਵੋਟਾਂ ਰਿਹਰਸਲ ਵਾਲੇ ਦਿਨ ਜਮ੍ਹਾਂ ਕਰਵਾ ਦੇਣਾ ਹੈ। ਜਦੋਂ ਮੁਲਾਜ਼ਮ ਸਾਥੀ ਆਪਣੀ ਪਹਿਲੀ ਰਿਹਰਸਲ ਦੇ ਦੌਰਾਨ ਇਹ ਵਾਲਾ ਫਾਰਮ 12 ਭਰ ਕੇ ਦੇ ਦੇਣਗੇ ਤਾਂ ਉਸ ਤੋਂ ਬਾਅਦ ਉਹਨਾਂ ਦੀ ਪੋਸਟਲ ਬੈਲਟ ਪੇਪਰ ਤਿਆਰ ਹੋਣਗੇ ਔਰ ਉਹਨਾਂ ਨੂੰ ਪੋਸਟਲ ਬੈਲਟ ਜੋ ਵੋਟ ਹੈ ਉਹ ਦਿੱਤੀ ਜਾਵੇਗੀ। ਉਸ ਸਮੇਂ ਤੁਹਾਨੂੰ ਇਹ 4 ਚੀਜ਼ਾਂ ਪ੍ਰਾਪਤ ਹੋਣਗੀਆਂ। ਕਿਹੜੀਆਂ 4 ਚੀਜ਼ਾਂ ਪ੍ਰਾਪਤ ਹੋਣਗੀਆਂ? 13A ਡੈਕਲੇਰੇਸ਼ਨ ਬਾਈ ਇਲੈਕਟਰੋਲ ਭਾਵ ਤੁਸੀਂ ਜਿਹੜੀ ਵੋਟ ਪਾ ਰਹੇ ਹੋ ਉਸ ਦੀ ਘੋਸ਼ਣਾ। ਇੱਕ ਕਵਰ A ਦੇ ਵਿੱਚ ਛੋਟਾ ਲਿਫਾਫਾ ਪ੍ਰਾਪਤ ਹੋਵੇਗਾ, ਇੱਕ ਵੱਡਾ ਲਿਫਾਫਾ ਪ੍ਰਾਪਤ ਹੋਵੇਗਾ ਔਰ ਲਾਸਟ ਦੇ ਵਿੱਚ ਤੁਹਾਨੂੰ 13D ਜਿਹਦੇ ਵਿੱਚ ਇੰਸਟਰਕਸ਼ਨਾਂ ਹੋਣਗੀਆਂ ਕਿ ਤੁਸੀਂ ਆਪਣਾ ਵੋਟ ਦਾ ਇਸਤੇਮਾਲ ਕਿਸ ਤਰ੍ਹਾਂ ਕਰੋਗੇ। ਤਾਂ ਇਹ 4 ਚੀਜ਼ਾਂ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਹੁਣ ਤੁਸੀਂ ਇਹ ਅੱਗੇ ਕਿਸ ਤਰ੍ਹਾਂ ਇਹਨਾਂ ਦੀ ਵਰਤੋਂ ਕਰਨੀ ਹੈ ਇਹ ਦੇਖਦੇ ਹਾਂ ਆਪਾਂ। 13A ਦੇ ਵਿੱਚ ਡੈਕਲੇਰੇਸ਼ਨ ਹੋਵੇਗੀ ਕਿ ਮੈਂ ਆਪਣੀ ਵੋਟ ਦਾ ਇਸਤੇਮਾਲ ਕਰ ਰਿਹਾ ਹਾਂ। ਇਸ ਦੇ ਵਿੱਚ ਤੁਸੀਂ ਇੱਥੇ ਆਪਣਾ ਨਾਮ ਲਿਖ ਦੋਗੇ ਔਰ ਨੀਚੇ ਸਿਗਨੇਚਰ ਅਤੇ ਐਡਰੈਸ ਲਿਖ ਦੋਗੇ। ਇੱਥੇ ਤੁਸੀਂ ਆਪਣਾ ਵੋਟ ਦਾ ਸੀਰੀਅਲ ਨੰਬਰ ਜੋ ਤੁਹਾਨੂੰ ਪ੍ਰਾਪਤ ਹੋਵੇਗਾ ਔਰ ਇਸ ਤੋਂ ਬਾਅਦ ਇਸ ਡੈਕਲੇਰੇਸ਼ਨ ਨੂੰ ਅਟੈਸਟ ਕਰਾਉਣਾ ਵੀ ਜ਼ਰੂਰੀ ਹੈ। ਕਲਾਸ A ਅਧਿਕਾਰੀ ਤੋਂ ਇਹ ਅਟੈਸਟੇਸ਼ਨ ਹੋਣਾ ਹੈ। ਇਸ ਦੇ ਲਈ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ। ਜਿਸ ਵੀ ਫੈਸਿਲਿਟੇਸ਼ਨ ਸੈਂਟਰ ਦੇ ਉੱਪਰ ਤੁਸੀਂ ਆਪਣੀ ਵੋਟ ਪਾਉਣ ਜਾ ਰਹੇ ਹੋ, ਜਿੱਥੇ ਤੁਹਾਡੀ ਡਿਊਟੀ ਲੱਗੀ ਹੋਈ ਉੱਥੇ ਫੈਸਿਲਿਟੇਸ਼ਨ ਸੈਂਟਰ ਬਣਿਆ ਹੋਵੇਗਾ। ਉੱਥੇ ਬਕਾਇਦਾ ਤੌਰ 'ਤੇ ਇੱਕ ਅਧਿਕਾਰੀ ਬੈਠਾ ਹੋਵੇਗਾ ਜੋ ਤੁਹਾਡੀ ਇਸ ਡੈਕਲੇਰੇਸ਼ਨ ਨੂੰ ਅਟੈਸਟਡ ਕਰੇਗਾ। ਜੇਕਰ ਤੁਸੀਂ ਇਹ ਵੋਟ ਬਾਏ ਡਾਕ ਭੇਜ ਰਹੇ ਹੋ ਤਾਂ ਤੁਸੀਂ ਵੀ ਕਿਸੇ ਵੀ ਇਹ ਕਰਮਚਾਰੀ ਤੋਂ ਇਹ ਵਾਲਾ ਫਾਰਮ ਹੈ ਉਹ ਟੈਸਟ ਕਰਵਾ ਲੈਣਾ ਹੈ। ਫਾਰਮ ਨੰਬਰ 13B ਜਿਸ ਦੇ ਜੋ ਇੱਕ ਛੋਟਾ ਐਨਵੈਲਪ ਹੈ ਇਸ ਤਰ੍ਹਾਂ ਦਾ ਹੋਏਗਾ। ਇਸ ਦੇ ਵਿੱਚ ਤੁਸੀਂ ਆਪਣੀ ਜੋ ਵੋਟ ਹੈ ਪੋਸਟਲ ਬੈਲਟ ਪੇਪਰ ਵਾਲੀ ਉਹ ਇਸ ਦੇ ਵਿੱਚ ਪਾ ਲੈਣੀ ਹੈ।
ਤੇ ਇੰਸਟਰਕਸ਼ਨਾਂ ਅਨੁਸਾਰ ਉੱਤੇ ਜੋ ਵੀ ਲਿਖਣਾ ਹੈ ਉਹ ਲਿਖ ਦੇਣਾ ਹੈ। 13B ਇੱਕ ਵੱਡਾ ਲਿਫਾਫਾ ਹੋਵੇਗਾ ਜਿਸ ਦੇ ਵਿੱਚ ਤੁਸੀਂ ਛੋਟਾ ਲਿਫਾਫਾ ਤੇ ਡੈਕਲੇਰੇਸ਼ਨ ਦੋਨੋਂ ਹੀ ਇਸ ਦੇ ਵਿੱਚ ਪਾ ਦੇਣੀਆਂ ਨੇ। ਜੇਕਰ ਤੁਸੀਂ ਬਾਏ ਪੋਸਟ ਭੇਜਣਾ ਚਾਹੁੰਦੇ ਹੋ ਤਾਂ ਇਹ ਬਿਨਾਂ ਕਿਸੇ ਖਰਚੇ ਦੇ ਸਰਵਿਸ, ਇੱਥੇ ਦੇਖੋ ਸਰਵਿਸ ਅਨਪੇਡ ਲਿਖਿਆ ਹੋਇਆ ਹੈ। ਬਾਏ ਡਾਕ ਵੀ ਤੁਸੀਂ ਆਪਣਾ ਇੱਥੇ ਐਡਰੈਸ ਭਰ ਕੇ ਕੌਂਸਟੀਟਿਊਂਸੀ ਦਾ ਭੇਜ ਸਕਦੇ ਹੋ। ਇਸ ਤੋਂ ਇਲਾਵਾ ਜਿਸ ਦਿਨ ਤੁਹਾਡੀ ਫਾਈਨਲ ਜਿਸ ਦਿਨ EVM ਮਸ਼ੀਨ ਚੱਕਣੀਆਂ ਨੇ ਉਸ ਦਿਨ ਤੁਸੀਂ ਫੈਸਿਲਿਟੇਸ਼ਨ ਸੈਂਟਰ ਦੇ ਉੱਪਰ ਵੀ ਇਹ ਵੋਟ ਪਾ ਸਕਦੇ ਹੋ। ਵੋਟਾਂ ਪੈਣ ਤੋਂ ਬਾਅਦ ਵੋਟਾਂ ਦੀ ਗਿਣਤੀ ਦੇ ਇੱਕ ਦਿਨ ਪਹਿਲਾਂ ਤੱਕ ਤੁਸੀਂ ਆਪਣੀ ਇਹ ਵੋਟ ਬਾਏ ਡਾਕ ਭੇਜ ਸਕਦੇ ਹੋ। 13D ਦੇ ਵਿੱਚ ਤੁਹਾਨੂੰ ਉਹ ਵਾਲੀਆਂ ਸਾਰੀਆਂ ਗਾਈਡਲਾਈਨਸ ਦਿੱਤੀਆਂ ਹੋਣਗੀਆਂ ਜਿਸ ਦੇ ਨਾਲ ਤੁਸੀਂ ਆਪਣੀ ਪੋਸਟਲ ਬੈਲਟ ਪੇਪਰ ਦੀ ਵਰਤੋਂ ਕਰਨੀ ਹੈ, ਜੋ ਤੁਹਾਨੂੰ ਆਲਰੇਡੀ ਇਸ ਵੀਡੀਓ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ 13A ਕੀ ਹੈ, 13B ਕੀ ਹੈ, 13C ਕੀ ਹੈ। ਉਹ ਵਾਲੀਆਂ ਸਾਰੀਆਂ ਇੰਸਟਰਕਸ਼ਨਾਂ 13D ਦੇ ਵਿੱਚ ਦਿੱਤੀਆਂ ਹੋਣਗੀਆਂ। ਬਹੁਤ ਆਸਾਨ ਹੈ, ਤੁਸੀਂ ਆਪਣੀ ਪੋਸਟਲ ਬੈਲਟ ਪੇਪਰ ਦੇ ਨਾਲ ਆਪਣੀ ਵੋਟ ਦੀ ਵਰਤੋਂ ਕਰ ਸਕਦੇ। ਮੰਨ ਲਓ ਤੁਹਾਡੀ ਡਿਊਟੀ ਹੈ ਆਪਣੇ ਹੀ ਹਲਕੇ ਦੇ ਵਿੱਚ ਆ ਜਾਂਦੀ ਹੈ ਤਾਂ ਉੱਥੇ ਤੁਸੀਂ ਫਾਰਮ ਨੰਬਰ 12 ਦੀ ਜਗ੍ਹਾ 'ਤੇ 12A ਭਰਨਾ ਹੈ ਔਰ 12A ਦੇ ਨਾਲ ਤੁਹਾਨੂੰ ਪੋਸਟਲ ਬੈਲਟ ਪੇਪਰ ਨਹੀਂ EDC ਜਾਰੀ ਹੋਵੇਗਾ। EDC ਤੋਂ ਭਾਵ ਇਲੈਕਸ਼ਨ ਡਿਊਟੀ ਸਰਟੀਫਿਕੇਟ। ਇਸ ਦੇ ਥਰੂ ਤੁਸੀਂ ਕਿਸੇ ਵੀ ਚੋਣ ਬੂਥ 'ਤੇ ਜਾ ਕੇ ਇਲਾਕੇ ਦੇ ਵਿੱਚ ਕਿਸੇ ਵੀ ਚੋਣ ਬੂਥ ਦੇ ਉੱਪਰ ਜਾ ਕੇ ਇਸ EDC ਦੀ ਮਦਦ ਦੇ ਨਾਲ ਤੁਸੀਂ ਮਸ਼ੀਨ ਦੇ ਉੱਪਰ ਆਪਣੀ ਵੋਟ ਪਾ ਸਕਦੇ ਹੋ। ਇਹ ਉਹਨਾਂ ਕਰਮਚਾਰੀਆਂ ਦੇ ਲਈ ਹੈ ਜਿਨ੍ਹਾਂ ਦੀ ਡਿਊਟੀ ਆਪਣੇ ਹੀ ਵਿਧਾਨ ਸਭਾ ਹਲਕੇ ਦੇ ਵਿੱਚ ਲੱਗੀ ਹੋਈ ਹੈ, ਚਾਹੇ ਉਹ ਇਲੈਕਸ਼ਨ ਸੈੱਲ ਦੇ ਵਿੱਚ ਕੰਮ ਕਰਦੇ ਨੇ ਜਾਂ ਬਾਏ ਚਾਂਸ ਉਹਨਾਂ ਦੀ ਆਪਣੇ ਹੀ ਇਲਾਕੇ ਦੇ ਵਿੱਚ ਡਿਊਟੀ ਆ ਜਾਂਦੀ। ਇਹ ਵਾਲਾ ਫਾਰਮ ਵੀ ਬਿਲਕੁਲ 12 ਦੇ ਨਾਲ ਦਾ ਹੁੰਦਾ ਹੈ, ਬਸ ਫਰਕ ਇੰਨਾ ਹੈ ਕਿ ਇਸ ਦੇ ਉੱਪਰ EDC ਜਾਰੀ ਹੁੰਦਾ ਹੈ ਔਰ 12 ਦੇ ਥਰੂ ਪੋਸਟਲ ਬੈਲਟ ਪੇਪਰ ਜਾਰੀ ਹੁੰਦਾ ਹੈ। 12 ਫਾਰਮ ਦੇ ਵਿੱਚ ਜੋ ਜਾਣਕਾਰੀ ਆਲਰੇਡੀ ਫਿਲਡ ਆਵੇਗੀ ਉਹ ਹੈ ਤੁਹਾਡਾ ਸੀਰੀਅਲ ਨੰਬਰ ਤੇ ਪਾਰਟ ਨੰਬਰ। ਇਹ ਵਾਲਾ ਉੱਥੇ ਜਾਣਕਾਰੀ ਆਟੋਮੈਟਿਕਲੀ ਫਿਲ ਹੋਵੇਗੀ ਔਰ ਕਈ ਵਾਰ ਇਹ ਵਾਲੀ ਜਾਣਕਾਰੀ ਗਲਤ ਹੋ ਜਾਂਦੀ ਹੈ ਕਿਉਂਕਿ ਇਲੈਕਸ਼ਨ ਕਮਿਸ਼ਨ ਹੈ ਸਮੇਂ-ਸਮੇਂ 'ਤੇ ਜਿਹੜੀਆਂ ਵੋਟਰ ਸੂਚੀਆਂ ਉਹਨਾਂ ਦੀ ਸਿਧਾਈ ਚੱਲਦੀ ਰਹਿੰਦੀ ਹੈ, ਇਸ ਕਰਕੇ ਸੀਰੀਅਲ ਆਰਡਰ ਚੇਂਜ ਹੋ ਜਾਂਦਾ ਹੈ। ਇਸ ਦੀ ਤੁਸੀਂ ਲੇਟੈਸਟ ਜਾਣਕਾਰੀ ਚੈੱਕ ਕਰਨ ਦੇ ਲਈ ਤੁਸੀਂ ਵੋਟਰ ਹੈਲਪਰ ਜੋ ਐਪ ਹੈ ਉਸ ਦਾ ਵੀ ਇਸਤੇਮਾਲ ਕਰ ਸਕਦੇ ਹੋ। ਜੇਕਰ ਤੁਸੀਂ ਇਸ ਡਾਟੇ ਨੂੰ ਵੈਰੀਫਾਈ ਕਰਨਾ ਹੈ ਕਿ ਮੇਰਾ ਡਾਟਾ ਬਿਲਕੁਲ ਸਹੀ ਹੈ ਤਾਂ ਤੁਸੀਂ ਵੋਟਰ ਹੈਲਪਰ ਜੋ ਐਪ ਹੈ ਉਸ ਦਾ ਇਸਤੇਮਾਲ ਕਰਨਾ ਹੈ, ਉਸ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੰਦੇ ਹਾਂ। ਇਸ ਦੇ ਲਈ ਤੁਸੀਂ voterhelpline.com 'ਤੇ ਜਾਣਾ ਹੈ ਜਾਂ ਐਪ 'ਤੇ ਜਾਣਾ ਹੈ। ਇਸ ਦੇ ਵਿੱਚ ਬਿਲਕੁਲ ਵਿਚਕਾਰ ਸਰਚ ਯੂਅਰ ਇਲੈਕਟੋਰਲ ਰੋਲ, ਇੱਥੇ ਇਸ ਦੇ ਉੱਪਰ ਕਲਿੱਕ ਕਰ ਦੇਣਾ ਹੈ। ਇੱਥੇ ਸਰਚ ਬਾਏ ਤੁਸੀਂ ਐਪਿਕ ਔਰ ਇੱਥੇ ਤੁਸੀਂ ਆਪਣਾ ਐਪਿਕ ਨੰਬਰ ਹੈ ਉਹ ਵਾਲਾ ਫਿਲ ਕਰ ਦੇਣਾ ਹੈ। ਇੱਥੇ ਤੁਸੀਂ ਆਪਣਾ ਐਪਿਕ ਦਾ ਨੰਬਰ ਪਾਉਣ ਤੋਂ ਬਾਅਦ ਸਰਚ ਦੇ ਉੱਪਰ ਕਲਿੱਕ ਕਰ ਦੇਣਾ ਹੈ। ਇਸ ਤਰ੍ਹਾਂ ਤੁਹਾਡੇ ਸਾਹਮਣੇ ਤੁਹਾਡੀ ਵੋਟ ਦਾ ਪੂਰੀ ਡਿਟੇਲ ਹੈ ਉਹ ਖੁੱਲ੍ਹ ਜਾਵੇਗੀ। ਤੁਸੀਂ ਦੇਖ ਸਕਦੇ ਹੋ ਜੋ ਸੀਰੀਅਲ ਆਰਡਰ ਉੱਥੇ ਭਰਿਆ ਹੋਇਆ ਸੀ ਉਹ ਵਾਲਾ ਇੱਥੇ ਹੈ, ਬਿਲਕੁਲ ਸੀਰੀਅਲ ਨੰਬਰ ਲੇਟੈਸਟ। ਇਹ ਤੁਹਾਡਾ ਪਾਰਟ ਨੰਬਰ ਜੋ ਤੁਹਾਡਾ ਬੂਥ ਨੰਬਰ ਹੁੰਦਾ ਹੈ ਔਰ ਇਹ ਤੁਹਾਡੀ ਵਿਧਾਨ ਸਭਾ ਹਲਕੇ ਦੀ ਜਾਣਕਾਰੀ ਇੱਥੋਂ ਹੈ। ਇੱਥੋਂ ਵੀ ਤੁਸੀਂ ਉਹ ਵਾਲੀ ਜਾਣਕਾਰੀ ਨੂੰ ਰੀਚੈੱਕ ਕਰ ਸਕਦੇ ਹੋ। ਜੇਕਰ ਤੁਹਾਨੂੰ 12 ਨੰਬਰ ਫਾਰਮ ਭਰਾਇਆ ਨਹੀਂ ਆਉਂਦਾ ਤਾਂ ਤੁਸੀਂ ਖੁਦ ਵੀ ਇਹ ਵਾਲਾ ਫਾਰਮ ਭਰ ਕੇ ਜਿੱਥੇ ਤੁਹਾਡੀ ਚੋਣ ਡਿਊਟੀ ਹੈ ਉੱਥੇ ਦੇ ਸਕਦੇ ਹੋ, ਜਿਸ ਨਾਲ ਤੁਹਾਨੂੰ ਪੋਸਟਲ ਬੈਲਟ ਪੇਪਰ ਜਾਰੀ ਹੋਵੇਗਾ ਔਰ ਸਾਰੇ ਕਰਮਚਾਰੀ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਦੇ ਨੇ। ਪੋਸਟਲ ਬੈਲਟ ਪੇਪਰ ਦੇ ਵਿੱਚ ਹੋਵੇਗਾ ਕਿ ਇੱਕ 4x6 ਦਾ ਇੱਕ ਬਿਡਥ ਦਾ ਇੱਕ ਪੇਪਰ ਹੋਵੇਗਾ ਜਿਸ ਉੱਪਰ ਕੈਂਡੀਡੇਟ ਦੇ ਨਾਮ ਹੋਣਗੇ ਔਰ ਸਾਹਮਣੇ ਉਹਨਾਂ ਦੀ ਫੋਟੋ ਲੱਗੀ ਹੋਵੇਗੀ। ਇੱਥੇ ਧਿਆਨ ਦੇਣ ਯੋਗ ਹੈ ਕਿ ਉਹਨਾਂ ਦਾ ਇਲੈਕਸ਼ਨ ਸਿੰਬਲ ਹੈ ਉਹ ਇੱਥੇ ਨਹੀਂ ਹੋਵੇਗਾ। ਜਿਸ ਵੀ ਕੈਂਡੀਡੇਟ ਨੂੰ ਤੁਸੀਂ ਵੋਟ ਪਾਉਣਾ ਚਾਹੁੰਦੇ ਹੋ ਉਸ ਦੇ ਸਾਹਮਣੇ ਤੁਸੀਂ ਟਿਕ ਦੇ ਨਿਸ਼ਾਨ ਦਾ ਇਸਤੇਮਾਲ ਕਰਨਾ ਹੈ ਜਾਂ ਤੁਸੀਂ ਕੋਈ ਕ੍ਰੋਸ ਵੀ ਲਗਾ ਸਕਦੇ ਹੋ। ਕੋਈ ਇੱਕ ਨਿਸ਼ਾਨ ਤੁਸੀਂ ਜੋ ਤੁਹਾਨੂੰ ਠੀਕ ਲੱਗਦਾ ਹੈ ਪੈਨ ਦੇ ਨਾਲ ਉਸ ਦੇ ਉੱਪਰ ਨਿਸ਼ਾਨੀ ਲਗਾਉਣੀ ਹੈ, ਕੋਈ ਮੋਹਰ ਨਹੀਂ ਲਗਾਉਣੀ ਹੈ। ਉਸ ਟਿਕ ਲਗਾ ਕੇ ਤੁਸੀਂ ਉਸ ਨੂੰ ਫੋਲਡ ਕਰਨ ਦੇ ਤਰੀਕੇ ਅਨੁਸਾਰ ਜਿਸ ਤਰ੍ਹਾਂ ਦੱਸਿਆ ਹੋਵੇਗਾ ਉਸ ਤਰ੍ਹਾਂ ਕਰਕੇ ਫਾਰਮ ਨੰਬਰ ਜੋ ਕਵਰ A ਹੈ ਸਮਾਲ ਲਿਫਾਫਾ ਹੈ ਉਹਦੇ ਵਿੱਚ ਪਾ ਦੇਣਾ ਹੈ, ਨਾਲ ਡੈਕਲੇਰੇਸ਼ਨ ਇਹਨਾਂ ਦੋਨਾਂ ਨੂੰ ਤੁਸੀਂ ਵੱਡੇ ਲਿਫਾਫੇ ਦੇ ਵਿੱਚ ਪਾ ਦੇਣਾ ਹੈ। ਇਸ ਤਰ੍ਹਾਂ ਤੁਹਾਡੀ ਜੇ ਪੋਸਟਲ ਬੈਲਟ ਪੇਪਰ ਦੀ ਜੋ ਵੋਟ ਹੈ ਉਹ ਪੈ ਜਾਵੇਗੀ। ਹੁਣ ਗੱਲ ਕਰ ਲੈਂਦੇ ਹਾਂ ਕਿ ਸਾਨੂੰ ਪੋਸਟਲ ਬੈਲਟ ਪੇਪਰ ਦੀ ਵਰਤੋਂ ਕਰਨੀ ਚਾਹੀਦੀ ਕਿ ਨਹੀਂ ਕਰਨੀ ਚਾਹੀਦੀ। ਬਿਲਕੁਲ ਦੂਸਰੇ ਆਮ ਵੋਟਰਾਂ ਦੀ ਤਰ੍ਹਾਂ ਮੁਲਾਜ਼ਮਾਂ ਦੀਆਂ ਵੀ ਵੋਟਾਂ ਬਣਦੀਆਂ ਨੇ ਤਾਂ ਸਾਨੂੰ ਉਸ ਦਾ ਜ਼ਰੂਰ ਇਸਤੇਮਾਲ ਕਰਨਾ ਚਾਹੀਦਾ ਹੈ, ਕਿਉਂਕਿ ਸਰਕਾਰਾਂ ਨੇ ਉਹ ਲਗਾਤਾਰ ਮੁਲਾਜ਼ਮਾਂ ਦੀਆਂ ਵੋਟਾਂ ਨੂੰ ਇਗਨੋਰ ਕਰਕੇ ਚੱਲ ਰਹੀ ਹੈ।
ਜੇਕਰ ਦੇਖਿਆ ਜਾਵੇ ਤਾਂ ਇਸ ਵਾਰ 4 ਤੋਂ 5 ਪਾਰਟੀਆਂ ਨੇ ਅਤੇ ਬਹੁਤ ਨਜ਼ਦੀਕੀ ਮੁਕਾਬਲੇ ਹੋਣ ਵਾਲੇ ਨੇ ਔਰ ਮੁਲਾਜ਼ਮਾਂ ਦੀਆਂ ਵੋਟਾਂ ਵੀ ਫੈਸਲਾਕੁਨ ਹੋ ਸਕਦੀਆਂ ਨੇ। ਹਰ ਚੋਣ ਹਲਕੇ ਦੇ ਵਿੱਚ ਕਰੀਬ 1500 ਤੋਂ 2000 ਮੁਲਾਜ਼ਮ ਦੀ ਡਿਊਟੀ ਲੱਗਦੀ ਹੈ। ਜੇਕਰ ਉਹ ਡਿਊਟੀ ਮੁਲਾਜ਼ਮ ਆਪਣੀ ਵੋਟ ਅਧਿਕਾਰ ਦੀ ਵਰਤੋਂ ਕਰਦੇ ਨੇ ਤਾਂ ਉਹ ਪੰਜਾਬ ਦੀ ਤਸਵੀਰ ਬਦਲ ਸਕਦੇ ਨੇ, ਕਿਉਂਕਿ ਕਾਫੀ ਲੰਬੇ ਸਮੇਂ ਤੋਂ ਸਰਕਾਰਾਂ ਆਪਣੀਆਂ ਮਨਮਰਜ਼ੀ ਨਾਲ ਮੁਲਾਜ਼ਮਾਂ ਦੇ ਜਿਹੜੇ ਹੱਕ ਹੈ ਉਹਨਾਂ ਨੂੰ ਖੋਹਣ 'ਤੇ ਲੱਗੀਆਂ ਹੋਈਆਂ ਨੇ। ਤਾਂ ਸਾਡਾ ਇਹ ਸੁਝਾਅ ਹੈ ਕਿ ਸਾਰਿਆਂ ਨੂੰ ਆਪਣੀ ਵੋਟ ਦੇ ਹੱਕ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਜੇਕਰ ਇਸ ਸੰਬੰਧ ਦੇ ਵਿੱਚ ਤੁਹਾਡੀ ਕੋਈ ਹੋਰ ਵੀ ਕੁਐਰੀ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ। ਉਮੀਦ ਹੈ ਕਿ ਸਾਡੀ ਪੋਸਟਲ ਬੈਲਟ ਪੇਪਰ ਅਤੇ EDC ਦੇ ਸੰਬੰਧ ਵਿੱਚ ਜਾਣਕਾਰੀ ਸਪਸ਼ਟ ਹੋਵੇਗੀ। ਜੇਕਰ ਕਿਸੇ ਪ੍ਰਕਾਰ ਦਾ ਤੁਹਾਡਾ ਸੁਝਾਅ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ। ਵੀਡੀਓ ਦੇਖਣ ਲਈ ਆਪ ਸਭ ਦਾ ਧੰਨਵਾਦ ਜੀ।